ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਜਲੰਧਰ ਨਿਵਾਸੀ ਨੇ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪਾਂ ਪਿਛਲੇ ਦਿਨਾਂ 'ਚ ਦੇਖਿਆ, ਕੱਲ 19 ਤਰੀਕ ਤੱਕ ਆਪਣੇ ਜਿਹੜੇ ਹੈਗੇ 47 ਕੋਵਿਡ ਦੇ ਮਰੀਜ਼ ਆਲਰੇਡੀ ਜਿਹੜੇ ਹੈਗੇ ਡਿਟੈਕਟ ਹੋਏ ਨੇ। ਅੱਜ ਵੀ ਇੱਕ ਰਿਪੋਰਟ ਪੋਜ਼ਿਟਿਵ ਆਈ ਹੈ। ਇਹ ਗੱਲ ਵੈਸੇ ਚਿੰਤਾ ਵਾਲੀ ਹੈ ਔਰ ਆਪਾਂ ਨੂੰ ਸਾਰਿਆਂ ਨੂੰ ਇਹ ਤਹਈਆ ਕਰਨਾ ਚਾਹੀਦਾ ਕਿ ਆਪਾਂ ਘਰਾਂ 'ਚ ਰਹੀਏ। ਬਟ ਨਾਲੋਂ ਨਾਲ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਇਹ ਜਿਹੜੇ ਕੰਟੈਕਟ ਹੈਗੇ ਨੇ, ਪੁਰਾਣੇ ਜਿਹੜੇ ਕੰਟੈਕਟ ਸੀਗੇ, ਜਿਹੜੇ ਪੋਜ਼ਿਟਿਵ ਕੇਸਿਸ ਨੇ, ਅਸੀਂ ਬੜੀ ਡਿਟੇਲ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਕਰਾਈ ਹੈ। ਉਹਨਾਂ ਦੀ ਫਰਦਰ ਰਿਲੇਟਿਵਸ ਇਹ ਲੱਭੇ ਨੇ। ਪਰ ਬਾਕੀ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਘਰਾਂ 'ਚ ਰਹੋ ਤਾਂ ਕਿ ਤੁਸੀਂ ਇਸ ਬਿਮਾਰੀ ਤੋਂ ਬਚੇ ਰਹੋ। ਹੁਣ ਕਿਉਂਕਿ ਕੱਲ 20 ਤਰੀਕ ਸੀਗੀ, ਮਿਨਿਸਟਰੀ ਆਫ ਹੋਮ, ਸੈਂਟਰਲ ਗਵਰਨਮੈਂਟ ਔਰ ਪੰਜਾਬ ਸਰਕਾਰ ਵੱਲੋਂ ਵਿਚਾਰ ਕਰਨ ਉਪਰੰਤ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿੱਤਾ ਗਿਆ ਹੈ ਕਿ ਕੁਝ ਏਰੀਆ ਦੇ ਵਿੱਚ ਜਿਹੜੀ ਇੰਡਸਟਰੀ ਹੈਗੀ ਹੈ, ਉਹ ਮੈਂ ਡਿਟੇਲ ਤੁਹਾਨੂੰ ਦੱਸੂਗਾ। ਉਹ ਇਸ ਸ਼ਰਤ ਤੇ ਚੱਲ ਸਕਦੀ ਹੈ, ਜਾਂ ਤਾਂ ਜਿਹੜਾ ਇੰਡਸਟਰੀਲਿਸਟ ਹੈਗਾ ਉਹ ਜਿਹੜੇ 10 ਜਾਂ 10 ਤੋਂ ਵੱਧ ਜਿਹਦੇ ਕੋਲ ਮਜ਼ਦੂਰ ਨੇ, ਜਾਂ ਤਾਂ ਉਹ ਉਹਨਾਂ ਦੇ ਮਜ਼ਦੂਰਾਂ ਦੇ ਰਹਿਣ ਦਾ ਪ੍ਰਬੰਧ ਆਪਦੀ ਫੈਕਟਰੀ 'ਚ ਕਰੇਗਾ ਔਰ ਉੱਥੇ ਹੀ ਉਹਨਾਂ ਦਾ ਖਾਣ ਪੀਣ ਦਾ, ਸੋਸ਼ਲ ਡਿਸਟੈਂਸਿੰਗ ਦਾ, ਦਵਾਈ ਬੂਟੀ ਦਾ ਸਾਰਾ ਸ਼ੈਲਟਰ ਸਾਰਾ ਪ੍ਰਬੰਧ ਉੱਤੇ ਹੋਏਗਾ। ਜਾਂ ਫਿਰ ਜੇ ਉਹ ਨੇੜੇ ਦੇ ਕਿਸੇ ਏਰੀਏ ਤੋਂ ਆਉਂਦੇ ਨੇ ਤਾਂ ਪ੍ਰਾਈਵੇਟ ਬੱਸ ਰਾਹੀਂ, ਜਿਹਦਾ ਕਿ ਪਾਸ ਸਾਡੇ ਸਰਕਾਰ ਵੱਲੋਂ ਦਿੱਤਾ ਜਾਵੇਗਾ, ਉਹ ਉਹਨਾਂ ਨੂੰ ਰੋਜ਼ ਲੈ ਕੇ ਆਉਣੇ ਪੈਣਗੇ। ਬਟ ਇੱਕ ਬੱਸ ਦੇ ਵਿੱਚ 40% ਸੀਟਾਂ ਹੀ ਭਰੀਆਂ ਜਾਣਗੀਆਂ ਔਰ ਜਿਹੜਾ ਸੋਸ਼ਲ ਡਿਸਟੈਂਸਿੰਗ ਹੈ ਉਹਨੂੰ ਮੇਨਟੇਨ ਕੀਤੀ ਜਾਏਗੀ। ਇਹ ਜਿਹੜੇ ਏਰੀਆਜ਼ ਨੇ, ਇਹ ਕਿਹੜੀ ਇੰਡਸਟਰੀ ਚਾਲੂ ਕੀਤੀ ਜਾ ਸਕਦੀ ਹੈ ਮੈਂ ਦੱਸ ਦਿੰਦਾ। ਪਿੰਡਾਂ ਦੇ ਵਿੱਚ ਜਿਹੜੀ ਇੰਡਸਟਰੀ ਹੈ ਮਿਊਨਿਸਪਲ ਕਾਰਪੋਰੇਸ਼ਨ ਤੋਂ ਬਾਹਰ, ਸ਼ਹਿਰਾਂ ਦੇ ਵਿੱਚ ਮੈਨੂਫੈਕਚਰਿੰਗ ਤੇ ਇੰਡਸਟਰੀਅਲ ਐਸਟੈਬਲਿਸ਼ਮੈਂਟ ਜਿਹੜੇ ਵੀ ਹੈਗੇ ਨੇ ਸਪੈਸ਼ਲ ਇਕਨੋਮਿਕ ਜ਼ੋਨ ਦੇ ਵਿੱਚ ਨੇ ਜਾਂ ਐਕਸਪੋਰਟ ਓਰੀਐਂਟਡ ਯੂਨਿਟ ਹੈਗੇ ਨੇ, ਔਰ ਜਿਹੜੇ ਕਿ ਕਿਸੇ ਇੰਡਸਟਰੀਅਲ ਸਟੇਟ ਜਾਂ ਇੰਡਸਟਰੀਅਲ ਟਾਊਨਸ਼ਿਪ 'ਚ ਨੇ। ਇਸ ਤੋਂ ਇਲਾਵਾ ਮੈਨੂਫੈਕਚਰਿੰਗ ਇੰਡਸਟਰੀਅਲ ਯੂਨਿਟ ਐਸੈਂਸ਼ੀਅਲ ਗੁੱਡਸ ਦੇ ਨੇ, ਜਿਹੜੇ ਕਿ ਦਵਾਈਆਂ ਨਾਲ ਜਾਂ ਰॉ ਮਟੀਰੀਅਲ ਕੋਈ ਐਸੀ ਚੀਜ਼ ਦਾ ਜਿਹੜੀ ਕਿ ਐਸੈਂਸ਼ੀਅਲ ਗੁੱਡਸ ਦੇ ਵਿੱਚ ਫਾਲ ਕਰਦੀ ਹੋਏ। ਫੂਡ ਪ੍ਰੋਸੈਸਿੰਗ ਯੂਨਿਟ ਨੇ ਜਿਹੜੇ ਕਿ ਪਿੰਡੂ ਏਰੀਏ ਦੇ ਵਿੱਚ ਨੇ। ਔਰ ਇਸ ਤੋਂ ਇਲਾਵਾ ਆਈਟੀ ਇੰਡਸਟਰੀ ਆ, ਉਹਦਾ ਹਾਰਡਵੇਅਰ ਜਿਹੜਾ ਬਣਦਾ। ਮੈਨੂਫੈਕਚਰਿੰਗ ਯੂਨਿਟ ਜਿਹੜੇ ਪੈਕਿੰਗ ਮਟੀਰੀਅਲ ਯਾਨੀ ਕਿ ਡੱਬੇ ਜਾਂ ਕੋਈ ਬੈਗ ਜਾਂ ਕੋਈ ਇਸ ਤਰ੍ਹਾਂ ਦੀਆਂ ਬੋਰੀਆਂ ਵਗੈਰਾ ਬਣਾਉਂਦੇ ਨੇ। ਆਇਲ ਤੇ ਗੈਸ ਐਕਸਪਲੋਰੇਸ਼ਨ, ਬ੍ਰਿਕ ਕਿਲਨ ਮਤਲਬ ਜਿਹੜੇ ਭੱਠੇ ਨੇ, ਇਹਨਾਂ ਦੀ ਆਗਿਆ ਦੇਣ ਲਈ ਇੱਕ 4 ਮੈਂਬਰੀ ਕਮੇਟੀ ਹੈ। ਸਾਡੇ GMDIC ਨੇ ਭੋਲਾ ਸਿੰਘ ਬਰਾੜ ਸਾਹਿਬ, ਡਿਪਟੀ ਡਾਇਰੈਕਟਰ ਫੈਕਟਰੀਜ਼ ਮੱਖਣ ਸਿੰਘ ਜੀ ਨੇ, ਜਗਜੀਤ ਸਿੰਘ ਜੀ ਨੇ ਡਿਪਟੀ ਡਾਇਰੈਕਟਰ ਫੈਕਟਰੀਜ਼, ਔਰ ਬਲਜੀਤ ਸਿੰਘ ALC ਨੇ ਅਸਿਸਟੈਂਟ ਲੇਬਰ ਕਮਿਸ਼ਨਰ। ਇਹ ਅਪਲਾਈ ਕਰਨ ਤੋਂ ਪਹਿਲਾਂ ਜਿਹੜਾ ਵੀ ਕੋਈ ਇੰਡਸਟਰੀਲਿਸਟ ਹੈ ਉਹਨੂੰ MHA ਦੀ ਗਾਈਡਲਾਈਨਸ ਦੇ ਤਹਿਤ ਜਿਹੜੀ ਐਨੈਕਸ਼ਰ 2 ਹੈ ਉਹਦੀ ਸਹਿਮਤੀ ਦੇਣੀ ਪੈਣੀ ਹੈ ਔਰ ਉਹਨੂੰ ਸਮੇਂ-ਸਮੇਂ ਤੇ ਜਿਹੜੇ ਵਰਕਰ ਨੇ ਉਹਨਾਂ ਦਾ ਪੂਰਾ ਧਿਆਨ ਰੱਖਣਾ ਪੈਣਾ ਹੈ। ਕਿਸੇ ਵਰਕਰ ਦੀ ਅਗਰ ਸਿਹਤ ਖਰਾਬ ਹੁੰਦੀ ਹੈ ਤਾਂ ਉਹਦੀ ਸੂਚਨਾ ਤੁਰੰਤ ਸਿਵਲ ਸਰਜਨ ਨੂੰ ਦੇਣੀ ਪੈਣੀ ਹੈ ਔਰ ਸਿਵਲ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਾਉਣਾ ਪੈਣਾ ਹੈ ਜਿਹੜਾ ਮਜ਼ਦੂਰ ਹੈਗਾ। ਜਿਹੜਾ ਐਨੈਕਸ਼ਰ 2 ਹੈ ਮੈਂ ਡਿਟੇਲ 'ਚ ਨਹੀਂ ਦੱਸ ਰਿਹਾ, ਇਹ GMDIC ਦਫ਼ਤਰ ਤੋਂ ਔਰ ਮੇਰਾ ਆਰਡਰ ਜਦੋਂ ਤੋਂ WhatsApp 'ਤੇ ਸਰਕੂਲੇਟ ਹੁੰਦਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਇਹਦੇ 'ਚ ਮੋਟੇ ਤੌਰ 'ਤੇ ਇਹ ਹੈ ਕਿ ਜਿਹੜਾ ਇੰਡਸਟਰੀਲਿਸਟ ਹੈਗਾ ਉਹਨੂੰ ਆਪਣੀ ਫੈਕਟਰੀ ਦੀ ਜਿਹੜਾ ਗੇਟ ਹੈਗਾ ਜਾਂ ਅੰਦਰ ਕੋਈ ਖਾਣ ਪੀਣ ਵਾਲਾ ਰੂਮ ਹੈਗੇ ਨੇ, ਆਫਿਸ ਹੈ, ਲਿਫਟਾਂ ਹੈਗੀਆਂ ਨੇ, ਪੌੜੀਆਂ ਨੇ, ਵਾਸ਼ਰੂਮ, ਟਾਇਲਟ, ਵਾਲਸ, ਇਹ ਸਾਰੇ ਡੇਲੀ ਸੈਨੀਟਾਈਜ਼ ਕਰਨੇ ਪੈਣਗੇ। ਜਿਹੜੀ ਬੱਸ ਵਰਕਰਾਂ ਨੂੰ ਲੈ ਕੇ ਆਉਂਦੀ ਹੈ 40% ਤੋਂ ਜ਼ਿਆਦਾ ਭਰਨੀ ਨਹੀਂ ਹੈ। ਵਹੀਕਲ ਜਾਂ ਮਸ਼ੀਨਰੀ ਅਗਰ ਕੋਈ ਯੂਨਿਟ 'ਚ ਜਾਂਦੀ ਹੈ ਉਹਨੂੰ ਹਰ ਰੋਜ਼ ਸੈਨੀਟਾਈਜ਼ ਕਰਨਾ ਹੈ। ਥਰਮਲ ਸਕੈਨਿੰਗ ਕਰਨੀ ਹੈ ਐਮਪਲੋਈਜ਼ ਦੀ। ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ, ਸਾਰੇ ਐਮਪਲੋਈਜ਼ ਦੀ ਮੈਡੀਕਲ ਇੰਸ਼ੋਰੈਂਸ ਕਰਾਉਣ ਤੋਂ ਬਾਅਦ ਹੀ ਆਗਿਆ ਮਿਲੇਗੀ। ਹੈਂਡ ਵਾਸ਼ ਤੇ ਸੈਨੀਟਾਈਜ਼ਰ ਐਮਪਲੋਈ ਨੂੰ ਦੇਣਾ ਹੈਗਾ। ਵਰਕ ਪਲੇਸ ਦੇ ਵਿੱਚ ਗੈਪ ਰੱਖਣਾ ਬੰਦਿਆਂ ਦੇ ਵਿੱਚ 2-2 ਮੀਟਰ ਦਾ। ਲਾਰਜ ਗੈਦਰਿੰਗਸ 10 ਤੋਂ ਵੱਧ ਦੀਆਂ ਨਹੀਂ ਕਰਨੀਆਂ। ਛੋਟੇ ਗਰੁੱਪਸ ਦੇ ਵਿੱਚ ਐਮਪਲੋਈਜ਼ ਦੀ ਸਿਟਿੰਗ ਅਰੇਂਜਮੈਂਟ ਕਰਨੀ ਹੈ। ਔਰ ਸਟੇਅਰ ਕੇਸ ਜਿਹੜੀ ਹੈਗੀ ਹੈ ਉਹ ਅਗਰ ਪ੍ਰਯੋਗ ਕਰਦੇ ਹੋਏ ਹੱਥ ਬਿਲਕੁਲ ਸਾਫ਼ ਰੱਖਣਾ। ਗੁਟਕਾ, ਤੰਬਾਕੂ, ਪਾਨ ਇਹ ਸਾਰਾ ਬੰਦ ਹੋਏਗਾ ਫੈਕਟਰੀਆਂ ਦੇ ਵਿੱਚ। ਔਰ ਜਿਹੜੇ ਗੈਰ ਜ਼ਰੂਰੀ ਬੰਦੇ ਨੇ ਉਹ ਨਹੀਂ ਜਾਣਗੇ। ਜਿਹੜੇ ਵਰਕਰ ਨੇ ਉਹਨਾਂ ਦੇ ਕੋਈ ਪਾਸ ਨਹੀਂ ਹੋਣਗੇ, ਕਿਉਂਕਿ ਜਾਂ ਤਾਂ ਉਹ ਅੰਦਰ ਰਹਿਣਗੇ ਜਾਂ ਬੱਸ 'ਚ ਬਹਿ ਕੇ ਆਉਣਗੇ। ਜਿਹੜੇ ਬੱਸਾਂ ਦੇ ਪਾਸ ਨੇ ਉਹ GMDIC ਆਨਲਾਈਨ ਅਪਲਾਈ ਕਰਾਉਣਗੇ ਔਰ ਇਹ ਜਿਹੜੇ ਹੈਗੇ ਨੇ ਸਾਡੇ SDM ਸਾਹਿਬ ਅਪਰੂਵ ਕਰਨਗੇ। ਔਰ ਜਿਹੜੇ ਇਹ ਨਾਲ ਦੀ ਨਾਲ ਅਗਰ ਕਿਸੇ ਦੀ ਸਿਹਤ ਖਰਾਬ ਹੁੰਦੀ ਹੈ ਇਹ ਸਾਨੂੰ ਦੱਸਣਾ ਹੈ ਸਿਵਲ ਹਸਪਤਾਲ ਨੂੰ। ਔਰ ਸਾਰੇ ਇੰਡਸਟਰੀਲਿਸਟਾਂ ਨੂੰ ਇਸ ਤੇ ਪਹਿਲਾਂ ਸਹਿਮਤੀ ਦੇਣੀ ਪਏਗੀ। ਫਿਰ ਇਹ ਕਮੇਟੀ ਹੈ ਜਿਹੜੀ ਉੱਥੋਂ ਦੀ ਫੈਕਟਰੀ ਵਿਜ਼ਿਟ ਕਰਕੇ ਅਗਰ ਉਹਨਾਂ ਦੀ ਤਸੱਲੀ ਹੋਏਗੀ ਫਿਰ ਹੀ ਇਹਨੂੰ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਔਰ ਚਲਾਉਣ ਦੀ ਆਗਿਆ ਇਹ ਨਹੀਂ ਕਿ ਹਰੇਕ ਏਰੀਏ 'ਚ ਹੋਵੇ। ਜਿਹੜੇ ਸਾਡੇ 48 ਕੇਸ ਆਏ ਨੇ, ਜਿਹੜੇ ਏਰੀਏ 'ਚੋਂ ਪੋਜ਼ੀਟਿਵ ਕੇਸ ਆਏ ਨੇ ਉਹਨਾਂ ਨੂੰ ਅਸੀਂ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈਗਾ। ਉਸ ਕੰਟੇਨਮੈਂਟ ਜ਼ੋਨ ਦੇ ਵਿੱਚ ਕੋਈ ਵੀ ਫੈਕਟਰੀ ਜਾਂ ਕੋਈ ਵੀ ਕੰਮ, ਕੋਈ ਕਰਫਿਊ 'ਚੋਂ ਢਿੱਲ ਨਹੀਂ ਦਿੱਤੀ ਜਾਵੇਗੀ। ਇਹ ਏਰੀਏ ਸ਼ਹਿਰ ਦੇ ਵਿੱਚ 12 ਏਰੀਏ ਨੇ, ਪਿੰਡਾਂ ਦੇ ਵਿੱਚ 4 ਏਰੀਏ ਨੇ। ਇਹਨਾਂ ਦੇ ਨਾਮ ਮੈਂ ਪੜ੍ਹ ਰਿਹਾ। ਸ਼ਹਿਰ ਦੇ ਵਿੱਚ ਹੈਗਾ ਆਨੰਦ ਵਿਹਾਰ, ਵਿਵੇਕਾਨੰਦ ਪਾਰਕ, ਕਾਲੀਆ ਕਲੋਨੀ, ਸੁਭਾਸ਼ ਨਗਰ, ਨੈਸ਼ਨਲ ਪਾਰਕ, ਸ਼ਾਂਤੀ ਵਿਹਾਰ,
ਅਸ਼ੋਕ ਵਿਹਾਰ, ਗੋਲਡਨ ਐਵਨਿਊ, ਗਲੀ ਨੰਬਰ 2 ਰਵਿਦਾਸ ਨਗਰ, ਗੁਰੂ ਅਮਰਦਾਸ ਨਗਰ, ਸਬਜ਼ੀ ਮੰਡੀ ਝੁੱਗੀਆਂ। ਫਿਰ ਇਸ ਤੋਂ ਅੱਗੇ ਦੂਜਾ ਏਰੀਆ ਹੈਗਾ ਰਾਜਾ ਗਾਰਡਨ ਐਕਸਟੈਂਸ਼ਨ, ਮਹਾਰਾਜਾ ਗਾਰਡਨ, ਤਾਰਾ ਸਿੰਘ ਐਵਨਿਊ। ਉਸ ਤੋਂ ਅੱਗੇ ਰਵਿਦਾਸ ਨਗਰ, ਚੰਡੀਗੜ੍ਹ ਮੁਹੱਲਾ, ਸ਼ਿਵਾਜੀ ਨਗਰ। ਉਸ ਤੋਂ ਅੱਗੇ ਮਿੱਠਾ ਬਾਜ਼ਾਰ, ਭੈਰੋ ਬਾਜ਼ਾਰ, ਲਾਲ ਬਾਜ਼ਾਰ, ਕਿਲਾ ਮੁਹੱਲਾ। ਉਸ ਤੋਂ ਅੱਗੇ 5ਵੇਂ ਨੰਬਰ ਤੇ ਹੈ ਨੀਲਾ ਮਹਿਲ, ਕਰਾਰ ਖਾਂ ਮੁਹੱਲਾ। ਉਸ ਤੋਂ ਅੱਗੇ 6 ਨੰਬਰ ਤੇ ਪੁਰਾਣੀ ਸਬਜ਼ੀ ਮੰਡੀ, ਗੁੜ ਮੰਡੀ, ਬਾਂਸ ਬਾਜ਼ਾਰ, ਕੋਤਵਾਲੀ ਬਾਜ਼ਾਰ, ਇਮਾਮ ਨਾਸਰ, ਨੌਰੀਆ ਬਾਜ਼ਾਰ, ਭਾਟੜਾ ਮੁਹੱਲਾ। 7 ਨੰਬਰ ਤੇ ਨਰੈਣ ਨਗਰ ਇਸ ਦੇ ਨਾਲ ਲੱਗਦੀਆਂ ਪੱਕਾ ਬਾਗ ਕਲੋਨੀ ਦੀਆਂ 2 ਲਾਈਨਾਂ। ਉਸ ਤੋਂ ਅੱਗੇ ਹੈਗਾ ਜੱਟਪੁਰਾ, ਚਰਨਜੀਤਪੁਰਾ। 9 ਨੰਬਰ ਤੇ ਹੈ ਬਸਤੀ ਸੇਖ ਅਤੇ ਮੰਗੂ ਬਸਤੀ ਦੀਆਂ ਨਾਲ ਲੱਗਦੀਆਂ 2 ਲਾਈਨਾਂ। 10 ਨੰਬਰ ਤੇ ਹੈ ਬਾਲਮੀਕੀ ਮੁਹੱਲਾ ਤੇ ਇਸ ਦੇ ਨਾਲ ਲੱਗਦੇ ਆਬਾਦਪੁਰੇ ਦੀਆਂ 2 ਲਾਈਨਾਂ। 11 ਨੰਬਰ ਤੇ ਨਜਾਤਮ ਨਗਰ ਤੇ ਨਰੈਣ ਨਗਰ। 12 ਨੰਬਰ ਤੇ ਮਖਦੂਮਪੁਰਾ। ਇਹ ਸਾਰੇ ਉਹ ਏਰੀਏ ਨੇ ਜਿੱਥੋਂ ਕੋਈ ਨਾ ਕੋਈ ਪੋਜ਼ੀਟਿਵ ਕੇਸ ਆਇਆ ਹੈ। ਪੇਂਡੂ ਏਰੀਏ ਦੇ ਵਿੱਚ ਤਲਵੰਡੀ ਭੀਲਾਂ, ਸਬ ਤਹਿਸੀਲ ਕਰਤਾਰਪੁਰ, ਕੋਟਲਾ ਹੀਰਾ ਤਹਿਸੀਲ ਸ਼ਾਹਕੋਟ, ਵਿਰਕ ਬੜਾ ਪਿੰਡ ਤਹਿਸੀਲ ਫਲੌਰ ਤੇ ਇੱਕ ਜ਼ਿਲ੍ਹਾ ਕਪੂਰਥਲਾ ਦੇ ਸਾਡੇ ਕਾਰਨਰ ਤੇ ਪਿੰਡ ਪੈਂਦਾ, ਪਿੰਡ ਕੋਟ ਕਰਾਰ ਖਾਂ। ਇਹ ਚਾਰੇ ਜਿਹੜੇ ਪਿੰਡ ਨੇ ਇਹਨਾਂ ਦੀ ਹਦੂਦ ਤੋਂ 5 ਕਿਲੋਮੀਟਰ ਦੇ ਘੇਰੇ 'ਚ ਜਿਹੜੇ ਪਿੰਡ ਆਉਂਦੇ ਨੇ ਉਹ ਵੀ ਕੰਟੇਨਮੈਂਟ ਜ਼ੋਨ 'ਚ ਆਉਣਗੇ। ਕੰਟੇਨਮੈਂਟ ਜ਼ੋਨ 'ਚ ਤਾਂ ਬਿਲਕੁਲ ਸੀਲ ਰਹੇਗਾ, ਜਿਹੜੀ ਜ਼ਰੂਰੀ ਅਸ਼ੀਆ ਉਹ ਘਰੋਂ ਘਰੀ ਜਾਣਗੀਆਂ। ਜਿਹੜਾ ਬਾਕੀ ਜ਼ਿਲ੍ਹਾ ਵੀ ਹੈ ਮੈਂ ਕਲੀਅਰ ਕਰ ਦੇਵਾਂ, ਕਰਫਿਊ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਸਿਰਫ ਇਹ ਇੰਡਸਟਰੀ ਜਿਹੜੀ ਹੈਗੀ ਹੈ ਇਹ ਵੀ GMDIC ਦੀ ਜਿਹੜੀ 4 ਮੈਂਬਰੀ ਕਮੇਟੀ ਹੈ ਉਹਨਾਂ ਤੋਂ ਆਗਿਆ ਲੈ ਕੇ, ਪਾਸ ਲੈ ਕੇ, ਜਦੋਂ ਸਾਰੀ ਆਗਿਆ ਮਿਲ ਗਈ ਫਿਰ ਆਪਦੀ ਪ੍ਰੋਡਕਸ਼ਨ ਤੇ ਐਕਸਪੋਰਟ ਸ਼ੁਰੂ ਕਰ ਸਕਦੇ ਆ। ਕਰਫਿਊ 'ਚ ਕੋਈ ਢਿੱਲ ਨਹੀਂ ਹੈਗੀ। ਇਸ ਤੋਂ ਇਲਾਵਾ ਇਹ ਹੈਗਾ ਕਿ ਸੈਂਟਰਲ ਗਵਰਨਮੈਂਟ ਦੇ ਜਿਹੜੇ ਆਫਿਸਿਸ ਨੇ ਉਹ ਆਨਲਾਈਨ ਪਾਸ ਲੈ ਕੇ ਆਪਣਾ ਜਿਹੜਾ ਕੰਮ ਹੈ ਚਾਲੂ ਕਰ ਸਕਦੇ ਆ, ਪਰ ਇਹਦੇ ਲਈ ਆਨਲਾਈਨ ਪਾਸ ਲੈਣੇ ਜ਼ਰੂਰੀ ਹੋਣਗੇ। ਉਸ ਤੋਂ ਇਲਾਵਾ ਸਰਕਾਰ ਦੀਆਂ ਜਿਹੜੀਆਂ ਸੜਕਾਂ ਤੇ ਨਹਿਰਾਂ ਦਾ ਜਿਹੜਾ ਕੰਮ ਹੈ, ਕਿਉਂਕਿ ਅੱਗੇ ਸੌਣੀ ਦੀ ਫਸਲ ਆਣੀ ਹੈ, ਇਹ ADC ਡਿਵੈਲਪਮੈਂਟ ਵਿਸ਼ੇਸ਼ ਸਰੰਗਲ ਜੀ ਤੋਂ ਆਗਿਆ ਲੈ ਕੇ ਖਾਸ ਕੇਸਾਂ 'ਚ ਕੰਮ ਸ਼ੁਰੂ ਹੋ ਸਕਦਾ। ਪੰਜਾਬ ਸਰਕਾਰ ਦੇ ਜਿਹੜੇ ਅਫਸਰ ਪਹਿਲਾਂ ਵਾਂਗੂ ਦਫ਼ਤਰਾਂ 'ਚ ਕੰਮ ਕਰ ਰਹੇ ਉਹ ਕਰਦੇ ਰਹਿਣਗੇ। ਹੈਲਥ ਸਰਵਿਸਿਜ਼ ਦੇ ਵਿੱਚ ਪਹਿਲਾਂ ਹੀ ਸਾਡੀ OPD ਜਲੰਧਰ ਜ਼ਿਲ੍ਹੇ 'ਚ ਸਾਰੀ ਜਿਹੜੀ ਅੰਗਰੇਜ਼ੀ ਦਵਾਈਆਂ ਦੀ ਖੁੱਲੀ ਹੈ। ਇਸ ਦੇ ਨਾਲੋਂ ਨਾਲ ਆਯੂਸ਼, ਆਯੁਰਵੇਦਾ, ਹੋਮਿਓਪੈਥੀ, ਯੂਨਾਨੀ ਸਾਰੇ ਇਹ ਡਾਕਟਰ ਵੀ ਆਪਦੀ OPD ਖੋਲ੍ਹ ਸਕਦੇ ਆ। ਵੈਟਰਨਰੀ ਡਾਕਟਰ ਵੀ ਆਪਦੀ OPD ਖੋਲ੍ਹਣਗੇ ਔਰ ਇਹਨਾਂ ਦੇ ਜਿਹੜੇ ਆਪਦੇ ਹਸਪਤਾਲਾਂ ਦੇ ਆਇਡੈਂਟੀ ਕਾਰਡ ਹੈ ਉਹੀ ਪਾਸ ਮੰਨੇ ਜਾਣਗੇ। ਇਹਨਾਂ ਨੂੰ ਵੱਖਰਾ ਪਾਸ ਲੈਣ ਦੀ ਕੋਈ ਲੋੜ ਨਹੀਂ ਹੈਗੀ। ਇਸ ਤੋਂ ਇਲਾਵਾ ਡਰੱਗ ਬਣਾਉਣ ਵਾਲੀਆਂ ਫੈਕਟਰੀਆਂ, ਦਵਾਈਆਂ ਦੀਆਂ ਫੈਕਟਰੀਆਂ, ਫਾਰਮਾਸਿਊਟੀਕਲ ਯੂਨਿਟ, ਮੈਡੀਕਲ ਡਿਵਾਈਸਿਸ, ਆਕਸੀਜਨ ਦਾ ਪੈਕਿੰਗ ਮਟੀਰੀਅਲ, ਰॉ ਮਟੀਰੀਅਲ, ਇਹ ਸਾਰੀਆਂ ਜਿਹੜੀਆਂ ਫੈਕਟਰੀਆਂ ਕਿਉਂਕਿ ਇਹ ਜਾਨ ਬਚਾਉਣ ਲਈ ਜ਼ਰੂਰੀ ਨੇ, ਇਹ ਵੀ ਆਪਦਾ ਕੰਮ ਸ਼ੁਰੂ ਕਰ ਸਕਦੀਆਂ ਨੇ, ਪਰ GMDIC ਤੋਂ ਇਹਨਾਂ ਨੂੰ ਇੱਕ ਵਾਰੀ ਆਪਦੀ ਆਗਿਆ ਲੈਣੀ ਪੈਣੀ ਹੈ। ਇੰਸ਼ੋਰੈਂਸ ਕੰਪਨੀ ਜਿਹੜੀਆਂ 10 ਵਜੇ ਤੋਂ 5 ਵਜੇ ਤੱਕ ਆਪਦਾ ਸਰਵਰ ਅਪ ਕਰਨ ਦੇ ਲਈ ਔਰ ਆਪਦਾ ਜਿਹੜਾ ਕਲੋਜ਼ਿੰਗ ਦਾ ਕੰਮ ਕਰਨ ਲਈ ਖੁੱਲ੍ਹ ਸਕਦੀਆਂ ਨੇ, ਪਰ ਇਹਨਾਂ ਤੇ ਕੋਈ ਵੀ ਗ੍ਰਾਹਕ ਨੂੰ ਡੀਲ ਨਹੀਂ ਕੀਤਾ ਜਾਵੇਗਾ ਔਰ ਇਹਦੇ ਜਿਹੜੇ ਮੁਲਾਜ਼ਮ ਨੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣਗੇ ਔਰ ਆਨਲਾਈਨ ਪਾਸ ਲੈ ਕੇ ਹੀ ਇਹ ਆਪਦੇ ਦਫ਼ਤਰ ਦੇ ਵਿੱਚ ਜਾ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਆਂਗਨਵਾੜੀ ਵਰਕਰ ਘਰੋਂ ਘਰੀ ਜਾ ਕੇ ਖਾਣਾ ਦੇ ਸਕਦੇ ਨੇ ਬੱਚਿਆਂ ਦਾ, ਔਰ ਜਿਹੜੇ ਕੋਈ ਅਪਾਹਜ ਆਸ਼ਰਮ ਨੇ ਉਹ ਵੀ ਖੁੱਲ੍ਹ ਸਕਦੇ ਨੇ, ਗਊਸ਼ਾਲਾਵਾਂ ਨੇ ਉਹ ਵੀ ਖੁੱਲ੍ਹ ਸਕਦੀਆਂ ਨੇ, ਔਰ ਜਿਹੜੇ ਕੋਈ ਅਪਾਹਜ ਬੱਚਿਆਂ ਦੇ ਆਸ਼ਰਮ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਬਿਰਧ ਆਸ਼ਰਮ ਹੈ ਉਹ ਖੁੱਲ੍ਹ ਸਕਦੇ ਨੇ। ਪਿੰਡਾਂ ਦੇ ਵਿੱਚ BDPO ਦੀ ਆਗਿਆ ਦੇ ਨਾਲ ਨਰੇਗਾ ਦੇ ਕੰਮ ਸ਼ੁਰੂ ਕਰਾਏ ਜਾ ਸਕਦੇ ਨੇ, ਬਟ ਜਿਹੜੇ ਨਰੇਗਾ ਵਰਕਰ ਨੇ ਉਹਨਾਂ ਨੂੰ ਮਾਸਕ ਪਾਉਣਾ, ਹੱਥ ਧੋਣਾ, ਆਪਸ 'ਚ 2 ਮੀਟਰ ਦੀ ਦੂਰੀ ਬਣਾਏ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਜਿਹੜੇ ਟਰੱਕ ਨੇ ਖਾਲੀ ਜਾਂ ਭਰੇ ਹੋਏ ਉਹ ਚੱਲ ਸਕਦੇ ਨੇ ਕਿਉਂਕਿ ਇਹ ਬਹੁਤ ਜ਼ਰੂਰੀ ਨੇ ਸਾਡੇ ਲਈ ਅਨਾਜ ਤੇ ਕਣਕ ਢੋਣ ਦੇ ਲਈ। ਔਰ ਇਸ ਤੋਂ ਇਲਾਵਾ ਜਿਹੜੀ LPG ਦੀ ਸਪਲਾਈ ਹੈ, ਫੂਡ ਪ੍ਰੋਡਕਟਸ ਨੇ, ਮੈਡੀਕਲ ਸਪਲਾਈਜ਼ ਨੇ, ਉਹ ਸਾਰਾ ਕੁਝ ਲੈ ਕੇ ਟਰੱਕ ਭਰੇ ਜਾਂ ਖਾਲੀ ਚੱਲ ਸਕਦੇ ਨੇ ਕਿਉਂਕਿ ਟਰੱਕ ਮੇਨ ਨੈਸ਼ਨਲ ਹਾਈਵੇ ਤੇ ਚੱਲਦੇ ਨੇ। ਨੈਸ਼ਨਲ ਹਾਈਵੇ ਤੇ ਜੇ ਖਰਾਬ ਹੋ ਜਾਣ ਤਾਂ ਨੈਸ਼ਨਲ ਹਾਈਵੇ ਤੇ ਟਰੱਕਾਂ ਨੂੰ ਰਿਪੇਅਰ ਕਰਨ ਵਾਲੀਆਂ ਦੁਕਾਨਾਂ ਕੇਵਲ ਨੈਸ਼ਨਲ ਹਾਈਵੇ ਤੇ ਚੱਲ ਸਕਦੀਆਂ ਨੇ। ਮੁਨਸਿਪਲ ਏਰੀਏ 'ਚ ਕੋਈ ਵੀ ਟਰੱਕਾਂ ਦੀ ਦੁਕਾਨ ਨਹੀਂ ਖੁੱਲ੍ਹੇਗੀ, ਨਾ ਹੀ ਕਿਸੇ ਨਗਰ ਪੰਚਾਇਤ ਜਾਂ ਮਿਊਨਿਸਪੈਲਿਟੀ 'ਚ ਖੁੱਲ੍ਹੇਗੀ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਤੇ ਜਿਹੜੇ ਟਰੱਕਾਂ ਵਾਲੇ ਵੀਰ ਨੇ ਉਹਨਾਂ ਦੇ ਲਈ ਢਾਬੇ ਖੁੱਲ੍ਹ ਸਕਦੇ ਨੇ, ਪਰ ਮਿਊਨਿਸਪਲ ਏਰੀਏ 'ਚ ਜਾਂ ਨਗਰ ਪੰਚਾਇਤ ਜਾਂ ਮਿਊਨਿਸਪੈਲਿਟੀ ਦੇ ਏਰੀਏ 'ਚ ਕੋਈ ਵੀ ਢਾਬਾ ਨਹੀਂ ਖੁੱਲ੍ਹੇਗਾ। ਜਿਹੜੇ ਨੈਸ਼ਨਲ ਹਾਈਵੇ ਤੇ ਕੇਵਲ ਡਰਾਈਵਰਾਂ ਲਈ ਢਾਬੇ ਖੁੱਲ੍ਹੇ ਨੇ ਉਹ ਡਰਾਈਵਰਾਂ ਨੂੰ ਟੇਕ ਅਵੇ ਭੋਜਨ ਮਤਲਬ ਪੈਕ ਕਰਕੇ ਰੋਟੀ ਦੇ ਸਕਦੇ ਨੇ, ਉਹ ਆਪਦੇ ਟਰੱਕ 'ਚ ਬੈਠ ਕੇ ਕਿਤੇ ਰੋਕ ਕੇ ਖਾਊਗਾ। ਔਰ ਜਿਹੜੇ ਢਾਬੇ ਨੇ ਉਹਨਾਂ ਤੇ ਮਜਲਿਸ ਜਾਂ ਇਕੱਠ ਨਹੀਂ ਕੀਤਾ ਜਾਏਗਾ। ਅਗਰ ਐਸਾ ਹੋਇਆ ਤਾਂ ਐਸੇ ਢਾਬਿਆਂ ਨੂੰ ਸਖਤੀ ਨਾਲ ਬੰਦ ਕਰ ਦਿੱਤਾ ਜਾਵੇਗਾ। ਅਖੀਰ 'ਚ ਮੈਂ ਦੁਬਾਰਾ ਸਪਸ਼ਟ ਕਰ ਰਿਹਾ, ਕਰਫਿਊ 'ਚ ਕੋਈ ਛੋਟ ਨਹੀਂ, ਪਹਿਲਾਂ ਵਾਲੀ ਸਖਤੀ ਪਹਿਲਾਂ ਵਾਂਗੂ ਲਾਗੂ ਰਹੂਗੀ। ਹੋਮ ਸਪਲਾਈ ਤੁਹਾਨੂੰ ਹੋਊਗੀ ਦੁੱਧ ਦੀ, ਸਬਜ਼ੀ ਦੀ, ਫਲਾਂ ਦੀ, ਔਰ ਜਿਹੜਾ ਵੀ ਤੁਹਾਡਾ ਰਾਸ਼ਨ ਹੈਗਾ ਉਹ ਸਾਰਾ ਕੁਝ ਪਹਿਲਾਂ ਵਾਂਗੂ ਘਰਾਂ 'ਚ ਤੁਹਾਨੂੰ ਮਿਲੂਗਾ। ਔਰ ਦਵਾਈਆਂ ਵਗੈਰਾ ਦੀ ਅਸੀਂ 4 ਘੰਟੇ ਪਹਿਲਾਂ ਹੀ ਦੁਕਾਨਾਂ ਖੋਲ੍ਹ ਰਹੇ ਹਾਂ। ਔਰ ਇਹ ਜਿਹੜੀ ਛੋਟ ਹੈਗੀ ਹੈ ਸਿਰਫ ਇਸ ਕਰਕੇ ਦਿੱਤੀ ਹੈ ਕਿ ਜਿਹੜੇ ਪਿੰਡਾਂ ਦੇ ਨਰੇਗਾ ਮਜ਼ਦੂਰ ਨੇ ਜਾਂ ਸ਼ਹਿਰਾਂ ਦੇ ਜਿਹੜੇ ਮਜ਼ਦੂਰ ਨੇ ਉਹ ਆਪਦੀ ਫੈਕਟਰੀ 'ਚ ਜਾ ਕੇ ਅੰਡਰ ਪਰਮਿਸ਼ਨ ਕੰਮ ਕਰ ਸਕਣ,
ਤਾਂ ਕਿ ਇਹ ਗੱਲ ਜਿਹੜੀ ਆ ਰਹੀ ਸੀ ਬਾਰ-ਬਾਰ ਮਜ਼ਦੂਰ ਵਰਗ ਜਿਹੜਾ ਹੈਗਾ ਉਹਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ। ਮੁੱਖ ਮੰਤਰੀ ਸਾਹਿਬ ਇਹ ਚਾਹੁੰਦੇ ਨੇ ਕਿ ਮਜ਼ਦੂਰ ਵਰਗ ਆਪਦੇ ਕੰਮ ਲੱਗੇ, ਪਰ ਅਗਰ ਕੋਈ ਵੀ ਇੰਡਸਟਰੀ ਜਾਂ ਕੋਈ ਵੀ ਨਰੇਗਾ ਦਾ ਕੰਮ ਜਾਂ ਕਿਸੇ ਵੀ ਬੰਦੇ ਨੇ ਅਗਰ ਇਸ ਨਿਯਮ 'ਚ ਜਿਹੜੀ ਥੋੜੀ ਮੋਟੀ ਢਿੱਲ ਦਿੱਤੀ ਹੈ, ਇਹਦਾ ਨਜਾਇਜ਼ ਫਾਇਦਾ ਉਠਾ ਕੇ ਅਗਰ ਕਿਸੇ ਨੇ ਭੀੜ ਲਾਈ ਜਾਂ ਕੋਵਿਡ ਨੂੰ ਫੈਲਾਇਆ ਤਾਂ ਇਹ ਜਿਹੜੀ ਛੋਟ ਹੈ ਤੁਰੰਤ ਵਾਪਸ ਲੈ ਲਈ ਜਾਏਗੀ। ਅਖੀਰ 'ਚ ਮੈਂ ਦੁਬਾਰਾ ਬੇਨਤੀ ਕਰ ਰਿਹਾ ਕਿ ਕਰਫਿਊ ਉਸੇ ਸਖਤੀ ਨਾਲ ਜਾਰੀ ਹੈ। ਇਹ ਸਿਰਫ ਕੁਝ ਵਿਸ਼ੇਸ਼ ਕੈਟੇਗਰੀਜ਼ ਨੂੰ ਛੋਟ ਮਿਲੀ ਹੈਗੀ ਹੈ, ਔਰ ਛੋਟ ਵੀ ਇਹ ਨਹੀਂ ਕਿ ਮਜ਼ਦੂਰ ਸਾਈਕਲਾਂ ਤੇ ਜਾਣਾ ਸ਼ੁਰੂ ਕਰ ਦੇਣ। ਜਿਹੜੀ ਫੈਕਟਰੀ ਮਾਲਕ ਬੱਸ ਭੇਜੂਗਾ ਕੇਵਲ ਉਸ ਬੱਸ ਤੇ ਜਾਣਾ, ਬੱਸ ਤੇ ਪਾਸ ਲੱਗਿਆ ਹੋਣਾ ਚਾਹੀਦਾ। ਜੇਕਰ ਕੋਈ ਸੜਕਾਂ ਤੇ ਇਦਾਂ ਘੁੰਮਦਾ ਫਿਰਦਾ ਬਿਨਾਂ ਆਗਿਆ ਤੋਂ ਦੇਖਿਆ ਗਿਆ ਤਾਂ ਉਹਨੂੰ ਫੜ ਕੇ ਅੰਦਰ ਦਿੱਤਾ ਜਾਊਗਾ, ਕਾਰਵਾਈ ਕੀਤੀ ਜਾਊਗੀ। ਅਖੀਰ 'ਚ ਮੈਂ ਜਲੰਧਰ ਵਾਸੀਆਂ ਨੂੰ ਦੁਬਾਰਾ ਤੋਂ ਅਪੀਲ ਕਰਦਾ ਕਿ ਆਪਦੇ ਘਰਾਂ ਤੋਂ ਬਾਹਰ ਨਾ ਆਉਣ। ਇਹ ਬਿਮਾਰੀ ਬੜੀ ਡੈਡਲੀ ਹੈ, ਇਸ ਤੋਂ ਬਚੋ। ਔਰ ਖਾਸ ਕਰ ਇਹ 12 ਮਹੱਲੇ ਜਿਹੜੇ ਮੈਂ ਸ਼ੁਰੂ 'ਚ ਦੱਸੇ ਆ ਕੰਟੇਨਮੈਂਟ ਜ਼ੋਨ ਇਸ ਵੀਡੀਓ ਦੇ, ਔਰ 4 ਪਿੰਡ ਇੱਥੋਂ ਦੇ ਜਿਹੜੇ ਵਸਨੀਕ ਹੈ, ਕਿਉਂਕਿ ਇਹ ਪੋਜ਼ਿਟਿਵ ਕੇਸਿਸ ਵਾਲੇ ਏਰੀਏ ਨੇ, ਇੱਥੇ ਬਿਲਕੁਲ ਪੱਤਾ ਵੀ ਨਹੀਂ ਹਿੱਲੇਗਾ ਔਰ ਕਰਫਿਊ ਬਹੁਤ ਸਖਤੀ ਨਾਲ ਲਾਗੂ ਰਹੇਗਾ। ਇਹ ਸਾਰੀਆਂ ਛੋਟਾਂ ਇਹਨਾਂ ਏਰੀਆਜ਼ ਤੇ ਲਾਗੂ ਨਹੀਂ। ਇਹਨਾਂ ਏਰੀਆ ਦੇ ਵਿੱਚ ਘਰੋਂ ਘਰੀ ਜਾ ਕੇ ਜੋ ਸਮਾਨ ਹੈ ਉਹ ਮਿਲੇਗਾ। ਅਗਰ ਕੋਈ ਬਾਹਰ ਨਿਕਲਿਆ ਤਾਂ ਉਸ ਤੇ ਕਾਰਵਾਈ ਹੋਵੇਗੀ। ਧੰਨਵਾਦ।